ਹੈਲੋ ਸਟੂਡੈਂਟਸ C++ ਤੇ ਅੱਜ ਦੇ ਲੈਕਚਰ 'ਚ ਆਪਾਂ ਦੇਖਾਂਗੇ ਕਿ ਆਬਜੈਕਟ ਨੂੰ ਐਜ਼ ਅ ਫੰਕਸ਼ਨ ਆਰਗੂਮੈਂਟ ਕਿਵੇਂ ਪਾਸ ਕੀਤਾ ਜਾਂਦਾ ਹੈ ਤੇ ਉਹਨੂੰ ਫੰਕਸ਼ਨ ਤੋਂ ਕਿਵੇਂ ਰਿਟਰਨ ਕਰਵਾ ਸਕਦੇ ਹਾਂ। ਸੋ C++ ਦੇ ਲਾਸਟ ਲੈਕਚਰ 'ਚ ਆਪਾਂ ਦੇਖਿਆ ਸੀ ਕਿ ਪ੍ਰੋਸੀਜਰ ਓਰੀਐਂਟਡ ਪ੍ਰੋਗਰਾਮਿੰਗ ਤੇ ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਕੀ ਹੁੰਦੀ ਹੈ ਤੇ ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਨੂੰ ਆਪਾਂ ਕਿਵੇਂ ਇੰਪਲੀਮੈਂਟ ਕਰਦੇ ਹਾਂ ਤੇ ਕਲਾਸ ਦੇ ਥਰੂ ਆਪਾਂ ਕਿਵੇਂ ਕੋਈ ਵੀ ਪ੍ਰੋਗਰਾਮ ਬਣਾ ਸਕਦੇ ਹਾਂ। ਸੋ ਅੱਜ ਦੇ ਲੈਕਚਰ 'ਚ ਆਪਾਂ ਦੇਖਾਂਗੇ ਕਿ ਫੰਕਸ਼ਨ ਦੇ ਥਰੂ ਆਪਾਂ ਆਬਜੈਕਟ ਨੂੰ ਕਿਵੇਂ ਪਾਸ ਕਰ ਸਕਦੇ ਹਾਂ ਤੇ ਫੰਕਸ਼ਨ ਤੋਂ ਕਿਵੇਂ ਆਬਜੈਕਟ ਨੂੰ ਰਿਟਰਨ ਕਰਵਾ ਸਕਦੇ ਹਾਂ। ਸੋ ਉਹਦੇ ਲਈ ਆਪਾਂ ਇੱਕ ਪ੍ਰੋਬਲਮ ਦੀ ਐਗਜ਼ਾਮਪਲ ਲਵਾਂਗੇ। ਸੋ ਸਪੋਜ਼ ਕਰੋ ਆਪਣੇ ਕੋਲ ਪ੍ਰੋਬਲਮ ਹੈ ਇੱਕ ਕਿ ਆਪਣੇ ਕੋਲ ਆਬਜੈਕਟ ਹੋਣਗੇ ਕੁਝ n1 n2 ਐਂਡ n3 ਤੇ ਇਹਨਾਂ ਦੇ ਵਿੱਚ ਡਾਟਾ ਹੋਏਗਾ a ਐਂਡ b ਤਿੰਨਾਂ ਦੇ ਵਿੱਚ। ਸਪੋਜ਼ ਕਰੋ a ਦੇ ਵਿੱਚ ਇਹਦੀ ਵੈਲਿਊ ਹੈ 10, b ਦੀ ਵੈਲਿਊ ਹੈ 20, n2 ਦੇ a ਦੀ ਵੈਲਿਊ ਹੈ 30 ਤੇ n2 ਦੇ b ਦੀ ਵੈਲਿਊ ਹੈ 40। ਸੋ ਆਪਾਂ ਚਾਹੁੰਦੇ ਹਾਂ ਕਿ n1 ਦਾ a ਤੇ n2 ਦਾ a ਐਡ ਹੋ ਕੇ n3 ਦੇ a ਚ ਆ ਜਾਏ, ਦੈਟ ਇਜ਼ 40। ਉਸੇ ਤਰੀਕੇ ਨਾਲ n1 ਦਾ b ਤੇ n2 ਦਾ b ਐਡ ਹੋ ਕੇ n3 ਚ ਆ ਜਾਏ, ਦੈਟ ਇਜ਼ 60। ਸੋ ਇਹ ਆਪਣੀ ਰਿਕੁਆਇਰਮੈਂਟ ਹੈ। ਆਪਾਂ ਚਾਹੁੰਦੇ ਕਿ n3 ਦੇ ਵਿੱਚ n1 ਤੇ n2 ਦੀਆਂ ਦੋਨੋਂ ਵੈਲਿਊਜ਼ ਐਡ ਹੋ ਕੇ ਆਪਣੇ a ਐਂਡ b ਦੇ ਵਿੱਚ ਸਟੋਰ ਹੋ ਜਾਣ। ਸੋ ਇਹ ਆਪਣੀ ਰਿਕੁਆਇਰਮੈਂਟ ਹੈ। ਸੋ ਇਹਦੇ ਲਈ ਆਪਾਂ ਕੀ ਕਰਾਂਗੇ, ਪਹਿਲਾਂ ਆਪਾਂ ਇੱਕ ਕਲਾਸ ਡਿਫਾਈਨ ਕਰਾਂਗੇ ਨੰਬਰ, ਜਿਹਦੇ ਵਿੱਚ ਇਹ ਡਾਟਾ ਹੋਏਗਾ। ਸੋ ਕਲਾਸ ਨੰਬਰ, ਇਸ 'ਚ ਆਪਾਂ ਨੇ ਹੁਣ ਡਾਟਾ ਲੈਣਾ ਹੈ, ਦੈਟ ਇਜ਼ ਇੰਟ a ਐਂਡ b। ਸੋ ਇਹ ਡਾਟਾ ਆ ਗਿਆ ਕਿਉਂਕਿ ਹੁਣ ਜਦੋਂ ਵੀ ਆਪਾਂ ਇੱਕ ਨੰਬਰ ਕਲਾਸ ਦਾ ਕੋਈ ਆਬਜੈਕਟ ਕ੍ਰੀਏਟ ਕਰਾਂਗੇ ਤਾਂ ਉਹਦੇ ਵਿੱਚ ਇਹ ਡਾਟਾ ਆ ਜਾਏਗਾ a ਐਂਡ b। ਦੈਨ ਫੰਕਸ਼ਨਸ ਆਪਾਂ ਕੀ ਲੈਣੇ ਹੁੰਦੇ ਆ ਫੰਕਸ਼ਨਸ ਲਈ, ਪਹਿਲਾਂ ਪਬਲਿਕ ਦੈਨ void input। ਇਹਦੇ ਵਿੱਚ ਕੀ ਆਪਾਂ ਦੋ ਵੈਲਿਊਜ਼ ਇਨਪੁਟ ਕਰਵਾਵਾਂਗੇ, cout enter two numbers। so scene a and scene b। ਸੋ ਇਹਦੇ ਨਾਲ ਕੀ ਹੈ ਦੋ ਵੈਲਿਊਜ਼ ਇਨਪੁਟ ਹੋ ਜਾਣਗੀਆਂ। ਦੈਨ ਡਿਸਪਲੇ ਫੰਕਸ਼ਨ ਵੀ ਲੈ ਲੈਂਦੇ ਆਪਾਂ ਵੈਲਿਊਜ਼ ਨੂੰ ਪ੍ਰਿੰਟ ਕਰਵਾਉਣ ਲਈ, void display cout a is equal to a and cout b is equal to b। ਦੈਨ ਇੱਕ ਫੰਕਸ਼ਨ ਲਵਾਂਗੇ ਆਪਾਂ add। ਇਹਦੇ ਵਿੱਚ ਕੀ ਲਿਖਣਾ ਉਹ ਆਪਾਂ ਬਾਅਦ ਚ ਦੇਖਦੇ ਹਾਂ। ਫੰਕਸ਼ਨ ਐਡ ਇਹ ਹੋਏਗਾ। ਦੈਨ ਇੱਥੇ ਕਲਾਸ ਕਲੋਜ਼, ਹਜੇ ਆਪਾਂ ਸਿਰਫ ਐਡ ਫੰਕਸ਼ਨ ਦਾ ਨਾਮ ਲਿਖਿਆ ਹੈ, ਹੋਰ ਬਾਕੀ ਚੀਜ਼ਾਂ ਆਪਾਂ ਬਾਅਦ ਚ ਦੇਖਦੇ ਹਾਂ। ਸੋ ਪਹਿਲਾਂ ਆਪਾਂ ਬਣਾਉਣੇ ਇੱਕ ਮੇਨ ਫੰਕਸ਼ਨ ਜਿੱਥੋਂ ਆਪਣੇ ਪ੍ਰੋਗਰਾਮ ਦੀ ਐਗਜ਼ੀਕਿਊਸ਼ਨ ਸਟਾਰਟ ਹੋਏਗੀ। ਸੋ ਮੇਨ ਫੰਕਸ਼ਨ ਚ ਕੀ ਕੀਤਾ, ਆਪਾਂ ਨੇ ਲਿਖਿਆ ਆਬਜੈਕਟ ਬਣਾਵਾਂਗੇ ਆਪਾਂ ਨੰਬਰ ਦੇ, ਨੰਬਰ n1 n2 ਐਂਡ n3। ਸੋ ਜਿਵੇਂ ਹੀ ਆਪਾਂ ਇਹ ਸਟੇਟਮੈਂਟ ਲਿਖਦੇ ਹਾਂ n1 n2 ਐਂਡ n3 ਤਾਂ ਇਹਦੇ ਨਾਲ ਕੀ ਹੋਏਗਾ, ਤਿੰਨ ਆਬਜੈਕਟ ਕ੍ਰੀਏਟ ਹੋਣਗੇ, ਦੈਟ ਇਜ਼ n1 n2 ਐਂਡ n3। ਤੇ ਤਿੰਨਾਂ ਆਬਜੈਕਟਸ ਦੇ ਵਿੱਚ ਕੀ ਹੋਏਗਾ a ਐਂਡ b ਹੋਏਗਾ। ਸੋ ਤਿੰਨੋਂ ਆਬਜੈਕਟਸ ਦੇ ਵਿੱਚ ਕੀ ਆ ਗਿਆ a ਐਂਡ b ਤੇ ਤਿੰਨੋਂ ਆਬਜੈਕਟਸ ਦੇ ਨਾਮ ਕੀ ਨੇ n1 n2 ਐਂਡ n3। ਤੇ ਤਿੰਨੋਂ ਆਬਜੈਕਟਸ ਦੇ ਵਿੱਚ ਇਹ ਫੰਕਸ਼ਨਸ ਵੀ ਜ਼ਰੂਰ ਹੋਣਗੇ, ਇਨਪੁਟ ਡਿਸਪਲੇ ਐਂਡ ਐਡ। ਸੋ ਆਪਾਂ ਹਜੇ ਨਹੀਂ ਲਿਖ ਰਹੇ, ਵੈਸੇ ਇੱਥੇ ਫੰਕਸ਼ਨਸ ਵੀ ਹੈ। ਸੋ ਇਸ ਤੋਂ ਬਾਅਦ ਹੁਣ ਕੀ ਕਰਨਾ ਆਪਾਂ ਨੇ, ਪਹਿਲਾਂ n1 ਤੇ n2 ਨੂੰ ਵੈਲਿਊਜ਼ ਦੇਣੀਆਂ ਪੈਣਗੀਆਂ। ਸੋ ਉਹਦੇ ਲਈ ਆਪਾਂ ਲਿਖਦੇ ਹਾਂ n1 ਡੋਟ ਇਨਪੁਟ। n1 ਡੋਟ ਇਨਪੁਟ ਜਦੋਂ ਲਿਖਾਂਗੇ ਤਾਂ ਇਨਪੁਟ ਫੰਕਸ਼ਨ ਕਾਲ ਹੋਏਗਾ ਤੇ ਉਹਦੇ ਥਰੂ ਆਪਾਂ a ਤੇ b ਦੀ ਵੈਲਿਊਜ਼ ਇਨਪੁਟ ਕਰਵਾਵਾਂਗੇ ਤੇ ਉਹ a ਤੇ b ਕਿਹਦੇ ਬੰਨੇ ਜਾਣਗੇ, n1 ਦੇ, ਕਿਉਂਕਿ ਆਪਾਂ n1 ਦਾ ਇਨਪੁਟ ਫੰਕਸ਼ਨ ਕਾਲ ਕੀਤਾ ਹੈ। ਸਪੋਜ਼ ਤੁਸੀਂ ਵੈਲਿਊਜ਼ ਦਿੱਤੀਆਂ 10 ਐਂਡ 20 ਤਾਂ ਉਹ ਕਿੱਥੇ ਸਟੋਰ ਹੋ ਗਈਆਂ n1 ਦੇ a ਐਂਡ b ਦੇ ਵਿੱਚ। ਉਸੇ ਤਰੀਕੇ ਨਾਲ ਆਪਾਂ ਲਿਖਿਆ n2 ਡੋਟ ਇਨਪੁਟ। ਸੋ ਇੱਥੇ ਕੀ ਹੋਏਗਾ, n2 ਦਾ ਇਨਪੁਟ ਫੰਕਸ਼ਨ ਕਾਲ ਕੀਤਾ ਤੇ ਉੱਥੇ ਆਪਾਂ ਨੇ ਜੋ ਵੈਲਿਊਜ਼ ਇਨਪੁਟ ਕਰਵਾਵਾਂਗੇ ਉਹ a ਤੇ b ਚ ਸਟੋਰ ਹੋ ਜਾਣਗੀਆਂ। ਤਾਂ ਉਹ ਕਿਹਦਾ a ਤੇ b ਬਣਿਆ ਜਾਏਗਾ, n2 ਦਾ, ਕਿਉਂਕਿ ਆਪਾਂ ਜਿਹੜਾ ਫੰਕਸ਼ਨ ਕਾਲ ਕਰਦੇ ਹਾਂ ਡਾਇਰੈਕਟਲੀ ਵੇਰੀਏਬਲ ਉਹਦੇ ਉਸੇ ਆਬਜੈਕਟ ਦੇ ਬਣੇ ਜਾਂਦੇ ਨੇ। ਸਪੋਜ਼ ਇੱਥੇ ਆਪਾਂ ਵੈਲਿਊਜ਼ ਦਿੱਤੀਆਂ 30 ਐਂਡ 40। ਸੋ ਹੁਣ ਨੈਕਸਟ ਆਪਣੀ ਰਿਕੁਆਇਰਮੈਂਟ ਹੈ ਕਿ ਆਪਾਂ ਇਹਨਾਂ ਦੋਨਾਂ ਨੂੰ ਐਡ ਕਰਨਾ ਹੈ ਤੇ ਉਹਦੀਆਂ ਵੈਲਿਊਜ਼ ਕਿੱਥੇ ਸਟੋਰ ਕਰਵਾਉਣੀਆਂ ਨੇ n3 ਦੇ ਵਿੱਚ। ਸੋ ਉਹਦੇ ਲਈ ਆਪਾਂ ਇੱਕ ਸਟੇਟਮੈਂਟ ਲਿਖ ਰਹੇ ਹਾਂ
n3 is equal to n1 dot add then n2। ਹੁਣ ਅਗਰ ਇਹ ਸਟੇਟਮੈਂਟ ਨੂੰ ਆਪਾਂ ਧਿਆਨ ਨਾਲ ਦੇਖੀਏ ਤਾਂ ਇੱਥੇ ਕੀ ਹੋ ਰਿਹਾ ਹੈ, ਪਹਿਲਾਂ ਆਪਾਂ ਇਨਿਕ ਸਟੇਟਮੈਂਟ ਨੂੰ ਸਮਝਦੇ ਹਾਂ ਕਿ ਇਸ 'ਚ ਕੀ ਹੋ ਰਿਹਾ ਹੈ। n1 dot add then n2, ਇਹਦਾ ਮਤਲਬ ਕੀ ਹੈ, n1 ਨੇ ਐਡ ਫੰਕਸ਼ਨ ਨੂੰ ਕਾਲ ਕੀਤਾ ਤੇ ਉਸ 'ਚ n2 ਪਾਸ ਕੀਤਾ। ਸੋ n1 ਨੇ ਐਡ ਫੰਕਸ਼ਨ ਨੂੰ ਕਾਲ ਕੀਤਾ, ਐਡ ਫੰਕਸ਼ਨ ਇਹ ਹੈ, ਤੇ n2 ਨੂੰ ਪਾਸ ਕੀਤਾ। n2 ਕੀ ਹੈ, n2 ਇਜ਼ ਏ ਆਬਜੈਕਟ ਆਫ ਨੰਬਰ ਕਲਾਸ। ਸੋ ਪਾਸ ਹੋ ਕੇ ਉਹ ਇੱਥੇ ਆਏਗਾ, ਉਹਦੇ ਲਈ ਆਪਾਂ ਇੱਥੇ ਕੋਈ ਵੇਰੀਏਬਲ ਲੈ ਲੈਂਦੇ ਆ। ਸਪੋਜ਼ ਆਪਾਂ ਨੇ ਵੇਰੀਏਬਲ ਲੈ ਲਿਆ n, ਤੇ ਉਹ ਵੇਰੀਏਬਲ ਕਿਹੜੀ ਟਾਈਪ ਦਾ ਹੈ, ਨੰਬਰ ਦਾ। ਸੋ ਇਸ ਕਰਕੇ ਆਪਾਂ ਇੱਥੇ ਲਿਖਾਂਗੇ ਨੰਬਰ। ਸੋ ਜਿਵੇਂ ਆਪਾਂ ਕੋਈ ਹੋਰ ਇੰਟ a ਇੰਟ x y ਕੁਝ ਵੀ ਲਿਖਦੇ ਹਾਂ, ਸੋ ਉਸੇ ਤਰੀਕੇ ਨਾਲ ਆਪਾਂ ਇੱਥੇ ਲਿਖਿਆ ਨੰਬਰ n। ਸੋ ਐਡ ਫੰਕਸ਼ਨ ਦਾ ਨਾਮ ਹੈ ਤੇ ਫੰਕਸ਼ਨ ਦਾ ਆਰਗੂਮੈਂਟ ਹੋ ਗਿਆ। ਸੋ ਆਰਗੂਮੈਂਟ ਕੀ ਹੈ ਇੱਥੇ, ਆਰਗੂਮੈਂਟ ਇਜ਼ ਐਨ ਆਬਜੈਕਟ। ਸੋ ਇੱਥੇ ਆਪਾਂ ਆਰਗੂਮੈਂਟ ਪਾਸ ਕੀਤਾ ਹੈ n2, ਜੋ n2 ਪਾਸ ਹੋ ਕੇ ਕਿਹਦੇ ਵਿੱਚ ਆ ਗਿਆ, n ਦੇ ਵਿੱਚ। ਸੋ ਇਟ ਮੀਨਸ ਅਗਰ ਆਪਾਂ ਹੁਣ ਜਦੋਂ ਵੀ n ਦੀ ਗੱਲ ਕਰਾਂਗੇ ਤਾਂ ਉਹ ਕਿਹਦਾ ਮੰਨਿਆ ਜਾਏਗਾ, n2 ਦਾ। ਤੇ ਫੰਕਸ਼ਨ ਕਿਹਦਾ ਕੋਲ ਹੋਇਆ ਇਹ, n1 ਦਾ। ਸੋ ਇਹ ਚੀਜ਼ ਯਾਦ ਰੱਖਣੀ ਹੈ ਕਿ ਇਹ ਫੰਕਸ਼ਨ ਕਿਹਦਾ ਕੋਲ ਹੋਇਆ ਹੈ, n1 ਦਾ, ਤੇ ਉਹਦੇ ਵਿੱਚ ਪਾਸ ਕਿਹਨੂੰ ਕੀਤਾ ਆਪਾਂ ਨੇ, n2 ਨੂੰ। ਦੈਨ ਇਹ ਫੰਕਸ਼ਨ ਦੀ ਬੋਡੀ ਲਿਖਦੇ ਹਾਂ ਹੁਣ ਆਪਾਂ। ਫੰਕਸ਼ਨ ਦੀ ਬੋਡੀ ਦੇ ਵਿੱਚ ਕੀ ਹੈ, ਸਪੋਜ਼ ਆਪਾਂ ਇੱਕ ਟੈਂਪਰੇਰੀ ਆਬਜੈਕਟ ਕ੍ਰੀਏਟ ਕਰਦੇ ਹਾਂ, ਨੰਬਰ t। ਸੋ ਨੰਬਰ t ਦਾ ਮਤਲਬ ਕੀ ਹੈ, ਆਪਾਂ ਨੇ ਇੱਕ t ਆਬਜੈਕਟ ਕ੍ਰੀਏਟ ਕੀਤਾ, a ਐਂਡ b ਉਹਦੇ ਵਿੱਚ ਆ ਗਏ। ਦੈਨ ਹੁਣ ਆਪਾਂ ਲਿਖਦੇ ਹਾਂ t ਡੋਟ a ਇਜ਼ ਇਕੁਅਲ ਟੂ a ਪਲਸ n ਡੋਟ a। ਸੋ ਇਹਦਾ ਕੀ ਮੀਨਿੰਗ ਹੈ ਇੱਥੇ, a ਪਲਸ n ਡੋਟ a, n ਕੀ ਹੈ, n2 ਦਾ। ਸੋ n ਡੋਟ a ਕੀ ਹੋ ਗਿਆ, 30। ਸੋ n ਡੋਟ a ਤਾਂ ਆਪਾਂ ਨੂੰ ਪਤਾ ਕਿੰਨਾ ਹੋ ਗਿਆ, 30। ਤੇ a ਵਾਲਾ a ਕਿਹਦਾ ਮੰਨਿਆ ਜਾਏਗਾ, ਜਿਹਦਾ ਫੰਕਸ਼ਨ ਕਾਲ ਕੀਤਾ ਹੈ। ਸੋ ਫੰਕਸ਼ਨ ਕਿਹਦਾ ਕਾਲ ਕੀਤਾ ਸੀ ਆਪਾਂ ਨੇ, n1 ਦਾ। ਸੋ ਇਸ ਲਈ ਜਿਹੜਾ a ਵਾਲਾ a ਹੈ, ਇਹ n1 ਦੇ a ਨੂੰ ਰਿਪਰੈਜ਼ੈਂਟ ਕਰ ਰਿਹਾ ਹੈ, ਦੈਟ ਇਜ਼ 10। ਤੇ a ਵਾਲਾ a n2 ਦੇ a ਨੂੰ ਰਿਪਰੈਜ਼ੈਂਟ ਕਰ ਰਿਹਾ, ਦੈਟ ਇਜ਼ 30। ਸੋ 10 ਤੇ 30 ਐਡ ਹੋ ਕੇ ਕਿੰਨਾ ਹੋ ਗਿਆ, 40। ਉਹ ਕਿਹਦੇ ਵਿੱਚ ਸਟੋਰ ਕਰਾਇਆ ਆਪਾਂ ਨੇ, t ਦੇ a ਦੇ ਵਿੱਚ। ਸੋ ਇਸ ਕਰਕੇ ਇੱਥੇ ਵੈਲਿਊ ਲਿਖੀ ਆਪਾਂ ਨੇ 40। ਦੈਨ ਨੈਕਸਟ ਆਪਾਂ ਲਿਖ ਰਿਹਾ t ਡੋਟ b ਇਜ਼ ਇਕੁਅਲ ਟੂ b ਪਲਸ n ਡੋਟ b। ਹੁਣ ਇੱਥੇ ਦੇਖੋ n ਡੋਟ b ਕਿਹਨੂੰ ਰਿਪਰੈਜ਼ੈਂਟ ਕਰ ਰਿਹਾ ਹੈ, n ਯਾਨੀ ਕਿ n2 ਨੂੰ। ਸੋ ਇੱਥੇ ਕਿੰਨਾ ਹੋ ਗਿਆ, 40। ਇਹ ਵਾਲਾ b ਕਿਹਨੂੰ ਰਿਪਰੈਜ਼ੈਂਟ ਕਰ ਰਿਹਾ ਹੈ, b ਡਾਇਰੈਕਟ ਲਿਖਿਆ ਆਪਾਂ ਨੇ। ਡਾਇਰੈਕਟ ਕਿਹੜਾ ਹੁੰਦਾ ਹੈ, ਜਿਹੜਾ ਆਪਾਂ ਨੇ ਫੰਕਸ਼ਨ ਕਾਲ ਕੀਤਾ ਹੈ। ਸੋ ਫੰਕਸ਼ਨ ਕਾਲ ਕੀਤਾ ਆਪਾਂ ਨੇ n1 ਦਾ। ਸੋ ਇਸ ਕਰਕੇ b ਇੱਥੇ ਕਿਹੜਾ ਮੰਨਿਆ ਜਾਏਗਾ, 20। ਸੋ 20 ਪਲਸ 40 ਕਿੰਨਾ ਹੋ ਗਿਆ, 60। ਐਂਡ 60 ਕਿਹਦੇ ਵਿੱਚ ਸਟੋਰ ਕਰਾਇਆ ਆਪਾਂ ਨੇ, t ਡੋਟ b ਦੇ ਵਿੱਚ, 60। ਸੋ ਇੱਥੇ ਆਪਣਾ ਇਹ ਪਰਪਸ ਤਾਂ ਸੋਲਵ ਹੋ ਗਿਆ ਕਿ ਇਹ ਦੋਨੋਂ ਐਡ ਹੋ ਕੇ ਇਸ ਆਬਜੈਕਟ ਦੇ ਵਿੱਚ ਆ ਗਏ। ਬਟ ਆਪਾਂ ਨੂੰ ਇਹ ਆਬਜੈਕਟ ਕਿਹਦੇ ਵਿੱਚ ਚਾਹੀਦਾ ਸੀ, n3 ਦੇ ਵਿੱਚ। ਸੋ ਇਸ ਕਰਕੇ ਆਪਾਂ ਇਹਨੂੰ ਇੱਥੋਂ ਦੀ ਰਿਟਰਨ ਕਰਵਾਵਾਂਗੇ, ਤੇ ਰਿਟਰਨ ਕਰਵਾ ਕੇ ਉਹ ਕਿਹਦੇ ਵਿੱਚ ਸਟੋਰ ਹੋਏਗਾ, n3 ਦੇ ਵਿੱਚ। ਸੋ ਇਸ ਕਰਕੇ ਆਪਾਂ ਨੇ ਇੱਥੇ ਲਿਖਿਆ ਰਿਟਰਨ t। ਸੋ ਰਿਟਰਨ t ਨਾਲ ਕੀ ਹੋਏਗਾ, ਇਹ t ਕਿਹਦੇ ਵਿੱਚ ਰਿਟਰਨ ਹੋ ਗਿਆ, n3 ਦੇ ਵਿੱਚ। ਸੋ n3 ਦੇ ਵਿੱਚ ਵੈਲਿਊਜ਼ ਆ ਗਈਆਂ 40 ਐਂਡ 60। ਸੋ ਇਸ ਤਰੀਕੇ ਨਾਲ ਆਪਾਂ ਆਬਜੈਕਟ ਵੀ ਇੱਥੋਂ ਰਿਟਰਨ ਕਰਵਾ ਰਹੇ ਹਾਂ। ਸੋ ਇਹਦੇ ਨਾਲ ਆਪਾਂ ਨੂੰ ਇੱਕ ਚੀਜ਼ ਇੱਥੇ ਐਡ ਕਰਨੀ ਪਏਗੀ, ਰਿਟਰਨ ਟਾਈਪ। ਸੋ ਫੰਕਸ਼ਨ ਦੇ ਨਾਮ ਤੋਂ ਪਹਿਲਾਂ ਆਪਾਂ ਰਿਟਰਨ ਟਾਈਪ ਲਿਖ ਦਿੰਦੇ ਹਾਂ। ਰਿਟਰਨ ਟਾਈਪ ਮੀਨਸ ਕਿ ਉਹ ਜੋ ਵੀ ਵੈਲਿਊ ਆਪਾਂ ਰਿਟਰਨ ਕਰਵਾ ਰਹੇ ਹਾਂ ਉਹਦੀ ਡਾਟਾ ਟਾਈਪ। ਸੋ ਇੱਥੇ ਆਪਾਂ t ਕੀ ਹੈ, ਇੱਕ ਆਬਜੈਕਟ ਰਿਟਰਨ ਕਰਵਾ ਰਹੇ ਹਾਂ, ਤੇ ਆਬਜੈਕਟ ਦੀ ਟਾਈਪ ਕੀ ਹੈ, ਨੰਬਰ। ਸੋ ਹੁਣ ਇਹ ਸਟੇਟਮੈਂਟ ਕੀ ਹੈ, ਕੰਪਲੀਟ ਹੋ ਰਹੀ ਹੈ, ਦੈਟ ਇਜ਼ ਨੰਬਰ। ਨੰਬਰ ਕੀ ਹੈ, ਰਿਟਰਨ ਟਾਈਪ। ਐਡ ਕੀ ਹੋ ਗਿਆ, ਉਹਦਾ ਫੰਕਸ਼ਨ ਦਾ ਨੇਮ। ਤੇ ਨੰਬਰ n ਇਹ ਕੀ ਹੈ, ਆਰਗੂਮੈਂਟ, ਜਿਹਦੀ ਡਾਟਾ ਟਾਈਪ ਕੀ ਹੈ, ਇੱਕ ਕਲਾਸ ਦਾ ਆਬਜੈਕਟ ਹੈ। ਸੋ ਇਸ ਤਰੀਕੇ ਨਾਲ ਆਪਾਂ ਹੁਣ ਇਹ ਫੰਕਸ਼ਨ ਨੂੰ ਇੰਪਲੀਮੈਂਟ ਕਰ ਸਕਦੇ ਹਾਂ। ਸੋ ਇਸ ਫੰਕਸ਼ਨ ਦੇ ਵਿੱਚ ਕੀ ਆਪਾਂ ਆਬਜੈਕਟ ਨੂੰ ਪਾਸ ਕੀਤਾ ਤੇ ਇੱਕ ਆਬਜੈਕਟ ਨੂੰ ਰਿਟਰਨ ਕਰਵਾਇਆ, ਜੋ ਰਿਟਰਨ ਹੋ ਕੇ ਆ ਰਿਹਾ ਹੈ n3 ਦੇ ਵਿੱਚ। ਇਸ ਤੋਂ ਬਾਅਦ ਆਪਾਂ ਇਹਨਾਂ ਦੇ ਵੈਲਿਊਜ਼ ਪ੍ਰਿੰਟ ਕਰਵਾਵਾਂਗੇ। n1 ਡੋਟ ਡਿਸਪਲੇ, ਇਹਦੇ ਨਾਲ ਕੀ ਹੈ, n1 ਦਾ a ਤੇ b ਡਿਸਪਲੇ ਹੋ ਜਾਏਗਾ। ਦੈਨ n2 ਡੋਟ ਡਿਸਪਲੇ, ਇਹਦੇ ਨਾਲ n2 ਦਾ a ਤੇ b ਡਿਸਪਲੇ ਹੋ ਜਾਏਗਾ। ਦੈਨ n3 ਡੋਟ ਡਿਸਪਲੇ, ਇਹਦੇ ਨਾਲ ਕੀ ਹੈ, n3 ਦਾ ਡਿਸਪਲੇ ਫੰਕਸ਼ਨ ਚੱਲੇਗਾ ਤੇ a ਤੇ b ਦੀਆਂ ਵੈਲਿਊਜ਼ ਪ੍ਰਿੰਟ ਹੋ ਜਾਣਗੀਆਂ। ਇੱਕ ਵਾਰੀ ਆਪਾਂ ਦੁਬਾਰਾ ਇਹ ਫੰਕਸ਼ਨ ਨੂੰ ਐਕਸਪਲੇਨ ਕਰਦੇ ਹਾਂ। ਸੋ ਇਹ ਫੰਕਸ਼ਨ ਦੇ ਵਿੱਚ ਦੇਖੋ ਕੀ ਹੋ ਰਿਹਾ ਹੈ, n1 ਨੇ ਐਡ ਫੰਕਸ਼ਨ ਨੂੰ ਕਾਲ ਕੀਤਾ ਤੇ ਉਹਦੇ ਵਿੱਚ n2 ਨੂੰ ਪਾਸ ਕੀਤਾ। ਸੋ n1 ਨੇ ਐਡ ਫੰਕਸ਼ਨ ਨੂੰ ਕਾਲ ਕੀਤਾ ਹੈ, ਉਹਦੇ ਵਿੱਚ n2 ਨੂੰ ਪਾਸ ਕੀਤਾ। ਸੋ n2 ਪਾਸ ਹੋ ਕੇ ਕਿਹਦੇ ਵਿੱਚ ਆ ਗਿਆ, n ਦੇ ਵਿੱਚ। ਯਾਨੀ ਕਿ ਜਦੋਂ ਵੀ ਆਪਾਂ n ਲਿਖਾਂਗੇ, ਜਿਵੇਂ ਕਿ ਇੱਥੇ n ਡੋਟ a ਲਿਖਿਆ, n ਡੋਟ b ਲਿਖਿਆ,
ਸੋ ਉਹ ਕਿਹਨੂੰ ਰਿਪਰੈਜ਼ੈਂਟ ਕਰੂਗਾ n2 ਦੇ a ਤੇ b ਨੂੰ ਰਿਪਰੈਜ਼ੈਂਟ ਕਰ ਰਿਹਾ। ਤੇ ਜਦੋਂ ਡਾਇਰੈਕਟ a ਤੇ b ਲਿਖਾਂਗੇ ਉਹ ਕਿਹਨੂੰ ਰਿਪਰੈਜ਼ੈਂਟ ਕਰਨਗੇ n1 ਤੇ a ਤੇ b ਨੂੰ, ਕਿਉਂਕਿ ਆਪਾਂ n1 ਦਾ ਐਡ ਫੰਕਸ਼ਨ ਕਾਲ ਕੀਤਾ ਹੈ। ਸੋ a plus n dot a, ਸੋ a ਵਾਲਾ n1 ਦਾ a ਹੋ ਗਿਆ that is 10, a ਵਾਲਾ n2 ਦਾ a ਹੋ ਗਿਆ that is 30। ਸੋ ਦੋਨਾਂ ਨੂੰ ਐਡ ਕੀਤਾ 40 ਹੋ ਕੇ ਦੇ ਵਿੱਚ ਸਟੋਰ ਹੋ ਗਿਆ t dot a, ਸੋ ਇੱਥੇ ਸਟੋਰ ਹੋ ਗਿਆ 40। ਇਸੇ ਤਰੀਕੇ ਨਾਲ b plus n dot b, ਸੋ ਇਹ n1 ਦਾ b ਹੋ ਗਿਆ that is 20, ਇਹ n2 ਦਾ b ਹੋ ਗਿਆ that is 40, ਦੋਨਾਂ ਨੂੰ ਐਡ ਕੀਤਾ 60, ਸੋ ਇਹ ਸਟੋਰ ਹੋ ਗਿਆ t dot b ਯਾਨੀ ਕਿ 60 ਇੱਥੇ ਸਟੋਰ ਹੋ ਗਿਆ। ਉਸ ਤੋਂ ਬਾਅਦ ਆਪਾਂ t ਨੂੰ ਰਿਟਰਨ ਕਰਵਾਇਆ ਤੇ ਰਿਟਰਨ ਹੋ ਕੇ ਉਹ ਕਿਸ ਚ ਆ ਗਿਆ n3 ਦੇ ਵਿੱਚ, ਸੋ that is 40 and 60। ਸੋ ਇਹੀ ਆਪਣੀ ਪ੍ਰੋਬਲਮ ਸੀ ਤੇ ਪ੍ਰੋਬਲਮ ਇੱਥੇ ਆਪਾਂ ਸੋਲਵ ਕਰ ਲਈ ਹੈ ਬਾਈ ਯੂਜ਼ਿੰਗ ਫੰਕਸ਼ਨ। ਤੇ ਉਸ ਫੰਕਸ਼ਨ ਦੇ ਵਿੱਚ ਆਪਾਂ ਆਰਗੂਮੈਂਟ ਕੀ ਪਾਸ ਕੀਤਾ, ਇੱਕ ਆਬਜੈਕਟ, ਤੇ ਉੱਥੋਂ ਰਿਟਰਨ ਵੀ ਕੀ ਕਰਵਾਇਆ, ਇੱਕ ਆਬਜੈਕਟ। ਸੋ ਇਹ ਸੀ passing the object as function argument and returning object from function. Thank you.